ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਸਭ ਦਾ ਇਸ ਸ਼ੋਅ ਨੂੰ ਦੇਖ ਰਹੇ ਹੋ ਜੀ। ਹਮੇਸ਼ਾ ਦੀ ਤਰ੍ਹਾਂ ਹਾਜ਼ਰ ਸਟੂਡੈਂਟਸ ਦੀ ਗੱਲ ਕਰਾਂਗੇ ਜੀ। ਧਿਆਨ ਦੇ ਨਾਲ ਸ਼ੋਅ ਨੂੰ ਸੁਣਨਾ ਹੈਗਾ। ਉਹਨਾਂ ਦੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ, ਸੋ ਪ੍ਰੋਪਰ ਜਾਣਕਾਰੀ ਜਿਹੜੀ ਤੁਹਾਨੂੰ ਹੋਣੀ ਚਾਹੀਦੀ ਹੈ। ਹਮੇਸ਼ਾ ਤੋਂ ਇਹ ਸ਼ੋਅ ਲੈ ਕੇ ਡਿਸਕਸ਼ਨ ਲੈ ਕੇ ਅਸੀਂ ਹਾਜ਼ਰ ਹੋ ਜਾਂਦੇ ਹਾਂ। ਅੱਜ ਇੱਕ ਵਾਰ ਫਿਰ ਤੋਂ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਡਿਸਕਸ਼ਨ ਹੋਏਗੀ ਜੀ। ਅੱਜ ਦੇ ਸ਼ੋਅ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਪਹੁੰਚੇ ਹਾਂ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਅੱਜ ਹੋਣਗੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਜੀ। ਸਭ ਤੋਂ ਪਹਿਲਾਂ ਸਵਾਗਤ, ਵੈਲਕਮ ਸਰ। ਸਤਿ ਸ਼੍ਰੀ ਅਕਾਲ। ਸੋ ਜੀ ਨੰਬਰ ਨੋਟ ਕਰਨੇ ਨੇ ਤੁਸੀਂ। ਲੈਂਡਮਾਰਕ ਇਮੀਗ੍ਰੇਸ਼ਨ ਦੇ ਨੀਚੇ ਫਲੈਸ਼ ਹੋ ਰਹੇ ਨੇ। ਸੋ ਆਫਿਸ ਕਿੱਥੇ ਕਿੱਥੇ ਹੈਗੇ ਨੇ ਉਹ ਵੀ ਫਲੈਸ਼ ਹੋ ਰਹੇ ਨੇ। ਨੀਅਰ ਬਾਈ ਜੋ ਵੀ ਆਫਿਸ ਪੈਂਦਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿਸ ਵੀ ਕੰਟਰੀ ਦੇ ਵਿੱਚ ਆਪਣਾ ਵੀਜ਼ਾ ਤੁਸੀਂ ਲਗਵਾਉਣਾ ਚਾਹੁੰਦੇ ਹੋ। ਸੋ ਸਰ ਕੈਨੇਡਾ ਦੀ ਗੱਲ ਕਰਾਂਗੀ। ਹੁਣ ਇਸ ਟਾਈਮ ਕੈਨੇਡਾ ਸਿਚੁਏਸ਼ਨ ਦੀ ਮੈਂ ਗੱਲ ਕਰਾਂ ਕਿਉਂਕਿ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਹੁਣ ਫਲਾਈਟਸ ਵੀ ਅਗਸਤ ਦੇ ਵਿੱਚ ਓਪਨ ਹੋ ਜਾਣਗੀਆਂ, ਰਿਜ਼ਲਟਸ ਵੀ ਆ ਗਏ ਨੇ। ਸੋ ਕੀ ਕਹਿਣਾ ਚਾਹੋਗੇ, ਨਵੀਆਂ ਕੀ ਅਪਡੇਟਸ ਹੈਗੀਆਂ ਨੇ? ਸੋ ਪਹਿਲੀ ਗੱਲ ਤਾਂ ਸਟੂਡੈਂਟਸ ਜਿਹੜੇ ਵੀ ਕੈਨੇਡਾ ਹੁਣ ਅਪਲਾਈ ਕਰਨਾ ਚਾਹੁੰਦੇ ਉਹਨਾਂ ਨੂੰ ਕਾਫੀ ਸਾਰਾ ਕੇਅਰਫੁਲ ਹੋਣਾ ਪਏਗਾ ਕਿਉਂਕਿ ਮੇਨ ਲੋਕੇਸ਼ਨਸ ਤੇ ਸਟੂਡੈਂਟ ਬਹੁਤ ਜ਼ਿਆਦਾ ਅਪਲਾਈ ਕਰ ਰਹੇ ਹਨ, ਜਿਵੇਂ ਟੋਰਾਂਟੋ, ਵੈਂਕੂਵਰ, ਔਰ ਉਹਨਾਂ ਲੋਕੇਸ਼ਨਸ ਤੇ ਕੁਝ ਚੁਣਿੰਦਾ ਹੀ ਕਾਲਜ ਸਟੂਡੈਂਟਸ ਪਸੰਦ ਕਰਦੇ ਆ ਜਿਹਦੇ ਵਿੱਚ ਵੱਡੀ ਗਿਣਤੀ 'ਚ ਅਪਲਾਈ ਕਰਦੇ ਆ। ਸੋ ਉਸ ਚੀਜ਼ ਨੂੰ ਸਾਰੇ ਦੇਖਦਿਆਂ ਹੋਇਆਂ ਕਈ ਵਾਰੀ ਸਟੂਡੈਂਟ ਨੂੰ ਉਹਦਾ ਹਰਜਾਨਾ ਵੀ ਭਰਨਾ ਪੈ ਜਾਂਦਾ। ਕਈ ਵਾਰੀ ਜਿਵੇਂ ਐਤਕੀ ਦੇਖ ਰਹੇ ਹਾਂ ਕਿ ਰਿਫਿਊਜ਼ਲ ਰੇਸ਼ੋ ਇਜ਼ ਮੋਰ ਦੈਨ ਦਾ ਅਪਰੂਵਲ ਰੇਸ਼ੋ। ਸੋ ਸਟੂਡੈਂਟਸ ਜੇ ਰਿਫਿਊਜ਼ਲ ਆ ਰਹੀ ਹੈ ਆਪਾਂ ਪੈਨਿਕ ਨਹੀਂ ਹੋਣਾ, ਰੀਫਾਈਲ ਕਰਾਂਗੇ। ਯੂ ਕੈਨ ਗੈਟ ਵੀਜ਼ਾ ਫॉर ਨੈਕਸਟ ਇਨਟੇਕਸ, ਜਿਹਨੂੰ ਕਹਿ ਸਕਦੇ ਹਾਂ ਜਨਵਰੀ ਇਨਟੇਕ ਲਈ ਵੀਜ਼ਾ ਮਿਲ ਸਕਦਾ। ਐਂਡ ਇਸ ਟਾਈਮ ਤੇ ਥੋੜੀ ਜਿਹੀ ਸਿਚੁਏਸ਼ਨ ਕ੍ਰਿਟੀਕਲ ਹੈ। ਹੋਪਫੁਲੀ IRCC ਵੈਬੀਨਾਰ ਕਰੇਗੀ, ਕੈਨੇਡਾ ਹਾਈ ਕਮਿਸ਼ਨ ਵੈਬੀਨਾਰ ਕਰੇਗੀ ਔਰ ਉਹ 'ਚ ਬਹੁਤ ਇਨਫੋਰਮੇਸ਼ਨ ਸਾਨੂੰ ਮਿਲੇਗੀ ਕਿ ਵਾਟ ਇਜ਼ ਦੇयर ਐਨੀ ਪਾਲਿਸੀ ਚੇਂਜ। ਪਰ ਫਿਰ ਵੀ ਮੈਂ ਆਪਣੇ ਕੋਲੋਂ ਕੁਛ ਇੱਦਾਂ ਦੀ ਲਿਸਟ ਤਿਆਰ ਕੀਤੀ ਹੈ ਜਿਹਦੇ ਵਿੱਚ ਮੈਂ ਸਟੂਡੈਂਟਸ ਨੂੰ ਗਾਈਡ ਕਰਨਾ ਚਾਹਾਂਗਾ ਕਿ ਉੱਦਾਂ ਦੇ ਕਾਲਜਸ ਜਿਨ੍ਹਾਂ ਵਿੱਚ ਸਟੂਡੈਂਟਸ ਘੱਟ ਜਾ ਰਹੇ ਨੇ, ਸੋ ਜਿਨ੍ਹਾਂ ਵਿੱਚ ਜਿਹੜੇ ਸਟੂਡੈਂਟਸ ਦੀ ਜਿਹੜੀ ਗਿਣਤੀ ਹੈ ਉਹ ਘੱਟ ਜਾ ਰਹੀ ਹੈ, ਸੋ ਉਹਨਾਂ ਕਾਲਜਸ ਬਾਰੇ ਇਸ ਸ਼ੋਅ 'ਚ ਅਸੀਂ ਡਿਸਕਸ ਕਰਾਂਗੇ। ਜੀ ਬਿਲਕੁਲ ਬਿਲਕੁਲ ਸਰ, ਅਸੀਂ ਵੀ ਜਾਣਨਾ ਚਾਹੁੰਦੇ ਹਾਂ ਬਿਕਾਜ਼ ਇਹ ਦੇਖਦੇ ਹਾਂ ਅਸੀਂ ਹਮੇਸ਼ਾ ਤੋਂ ਦੇਖਦੇ ਹਾਂ ਕਿ 2-4 ਡੈਸਟੀਨੇਸ਼ਨਸ ਹੁੰਦੀਆਂ ਨੇ, 2-4 ਕਾਲਜਸ ਹੁੰਦੀਆਂ ਨੇ ਜਿੱਥੇ ਕਿ ਸਟੂਡੈਂਟ ਬੈਕ ਟੂ ਬੈਕ ਅਪਲਾਈ ਕਰਦੇ ਜਾਂਦੇ ਨੇ। ਸੋ ਮੇਰੇ ਖਿਆਲ ਦੇ ਵਿੱਚ ਹੁਣ ਜਿਹੜੀ ਰਿਫਿਊਜ਼ਲ ਏਡੀ ਵੱਡੀ ਤਾਦਾਦ ਦੇ ਵਿੱਚ ਆਈ ਉਹਦਾ ਵੀ ਆਪਾਂ ਇੱਕ ਰੀਜ਼ਨ ਇਹਨੂੰ ਵੀ ਮੰਨ ਸਕਦੇ ਹੈਗੇ ਆ ਬਿਕਾਜ਼ ਇੱਕ ਕਾਲਜ ਦੇ ਵਿੱਚ ਇੰਨੀ ਤਾਦਾਦ ਦੇ ਵਿੱਚ ਬੱਚਿਆਂ ਨੇ ਅਪਲਾਈ ਕਰ ਦਿੱਤਾ ਤਾਂ ਓਬਵੀਅਸ ਹੈ ਕਿ ਉਹਦੀਆਂ ਸੀਟਸ ਫੁੱਲ ਹੋ ਜਾਣਗੀਆਂ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਰਿਫਿਊਜ਼ਲ ਹੀ ਫੇਸ ਕਰਨੀ ਪਏਗੀ ਉਸ ਕਾਲਜ ਯੂਨੀਵਰਸਿਟੀ ਵੱਲੋਂ। ਸੋ ਬਿਲਕੁਲ ਠੀਕ ਹੈ ਤੁਹਾਡਾ ਕਹਿਣਾ ਕਿ ਸਟੂਡੈਂਟ ਜਦੋਂ ਕਿਸੇ ਕਾਲਜ 'ਚ ਅਪਲਾਈ ਕਰਨਾ ਸ਼ੁਰੂ ਕਰਦੇ ਆ ਤਾਂ ਦੇਖੋ ਦੇਖੀ ਬਹੁਤ ਵੱਡੇ ਪੱਧਰ 'ਚ ਸਟੂਡੈਂਟ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਆ। ਜਿਵੇਂ ਕਿਊਬੈਕ ਦਾ ਹੀ ਅਸੀਂ ਦੇਖ ਲਈਏ, ਸੋ ਜਿਹੜੇ 10 ਕਾਲਜਸ ਉੱਤੇ ਆਡਿਟ ਲੱਗਿਆ ਜਾਂ ਜਿਹੜੇ 10 ਕਾਲਜਸ ਦੇ ਸਟੂਡੈਂਟਸ ਨੂੰ ਅੱਜ ਦੀ ਡੇਟ 'ਚ ਔਖ ਦਾ ਸਮਾਂ ਦੇਖਣਾ ਪੈ ਰਿਹਾ, ਉਹਨਾਂ ਦੇ ਰਿਜ਼ਲਟਸ ਨਹੀਂ ਆ ਰਹੇ ਆ ਜਾਂ ਰਿਜ਼ਲਟਸ ਆ ਵੀ ਰਹੇ ਆ ਤਾਂ ਰਿਫਿਊਜ਼ਲਸ ਆ ਰਹੀਆਂ। ਸੋ ਉਹਨਾਂ 10 ਕਾਲਜਸ ਤੋਂ ਸਟੂਡੈਂਟ 2-2 ਸਾਲ ਵਿੱਚ ਆਪਣੀ ਫਾਈਲ ਪੈਂਡਿੰਗ ਰੱਖ ਕੇ ਬੈਠੇ ਹੋਏ ਆ। ਸੋ ਦੇਖਣ ਨੂੰ ਇਹ ਮਿਲਿਆ ਕਿ ਉੱਥੇ ਬਹੁਤ ਵੱਡੇ ਪੱਧਰ 'ਤੇ ਕਿਊਬੈਕ ਵਿੱਚ ਸਟੂਡੈਂਟਸ ਅਪਲਾਈ ਕਰਨ ਲੱਗ ਗਏ, ਵੇਖੋ ਵੇਖੀ। ਸੋ ਸਟੂਡੈਂਟ ਇੰਨੀ ਵੱਡੀ ਕੁਆਂਟਿਟੀ 'ਚ ਅਪਲਾਈ ਕਰਨ ਲੱਗ ਗਏ ਕਿ ਕਪੈਸਿਟੀ ਕਾਲਜ ਦੀ ਬਹੁਤ ਘੱਟ ਹੈ ਪਰ ਜਿਹੜੀ ਇਨਰੋਲਮੈਂਟ ਹੋ ਗਈ ਉਹ ਹਜ਼ਾਰਾਂ 'ਚ ਪਹੁੰਚ ਗਈ। ਕਪੈਸਿਟੀ 100 'ਚ ਸੀ ਤਾਂ ਇਨਰੋਲਮੈਂਟ 4000 ਸਟੂਡੈਂਟ ਕਰ ਲਿਆ। ਸੋ ਕੰਪਲਾਇੰਸ ਤਾਂ ਲੱਗਣਾ ਹੀ ਲੱਗਣਾ ਸੀ, ਕੰਪਲਾਇੰਸ ਫੋਲੋ ਨਹੀਂ ਹੋਇਆ ਕਾਲਜ ਵੱਲੋਂ। ਸੋ ਜਦੋਂ ਕੰਪਲਾਇੰਸ ਫੋਲੋ ਨਹੀਂ ਹੁੰਦਾ ਸੋ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮੈਨੂੰ ਲੱਗਦਾ ਹੈ ਕਿ ਕਿਊਬੈਕ ਦੇ ਜਿਹੜੇ 10 ਕਾਲਜਸ ਉੱਤੇ ਪ੍ਰੋਬਲਮ ਆ ਗਈ। ਸੋ ਸਟੂਡੈਂਟਸ ਹੁਣ ਉਸ ਪ੍ਰੋਬਲਮ 'ਚੋਂ ਨਿਕਲ ਕੇ ਹੁਣ ਦੁਬਾਰਾ ਸਰਕਾਰੀ ਕਾਲਜਸ 'ਚ ਅਪਲਾਈ ਕਰ ਰਹੇ ਨੇ। ਸੋ ਜਿਹੜੇ ਸਟੂਡੈਂਟਸ ਹੁਣ ਜੇ ਅਸੀਂ ਗੱਲ ਕਰੀਏ ਕਿ ਜਿਨ੍ਹਾਂ ਨੂੰ ਹੁਣ ਰਿਫਿਊਜ਼ਲ ਆ ਰਹੀ ਹੈ ਉਹ ਵੀ ਦੇਖੀਏ ਤਾਂ ਕੁਛ ਚੁਣਿੰਦਾ ਕਾਲਜਸ ਹੈਗੇ ਆ ਜਿਨ੍ਹਾਂ ਵਿੱਚ ਅਸੀਂ ਅਪਲਾਈ ਕਰਦੇ ਹਾਂ ਔਰ ਕੁਛ ਚੁਣਿੰਦਾ ਸ਼ਹਿਰ ਹੈਗੇ ਆ, ਖਾਸ ਕਰਕੇ ਟੋਰਾਂਟੋ ਔਰ ਵੈਂਕੂਵਰ, ਜਿਨ੍ਹਾਂ 'ਚ ਅਸੀਂ ਜਾਣਾ ਪਸੰਦ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਸਟੂਡੈਂਟਸ ਨੂੰ ਹਟ ਕੇ ਹੁਣ ਡਿਫਰੈਂਟ ਲੋਕੇਸ਼ਨਸ ਦੇਖਣੀਆਂ ਪੈਣਗੀਆਂ, ਡਿਫਰੈਂਟ ਟਾਊਨਸ ਦੇਖਣੇ ਪੈਣਗੇ, ਡਿਫਰੈਂਟ ਸਿਟੀਜ਼ ਦੇਖਣੀਆਂ ਪੈਣਗੀਆਂ ਜਿੱਥੇ ਉਹਨਾਂ ਨੂੰ ਕੈਨੇਡਾ 'ਚ ਅਪਲਾਈ ਕਰਨਾ ਪਏਗਾ। ਸੋ ਕੁਛ ਕਾਲਜਸ ਬਾਰੇ ਡਿਸਕਸ ਕਰਾਂਗੇ ਅੱਜ ਜਿਹੜੇ ਮੈਂ ਸੋਚਦਾ ਕਿ ਜਿੱਥੇ ਸਟੂਡੈਂਟਸ ਜਾ ਸਕਦੇ ਆ। ਸੋ ਵਨ ਇਜ਼ ਰੈੱਡ ਡੀਅਰ ਕਾਲਜ ਜਿਹੜਾ ਕਿ ਅਲਬਰਟਾ 'ਚ ਹੈ, ਜਿੱਥੇ ਰੈੱਡ ਡੀਅਰ ਸਿਟੀ 'ਚ ਹੈਗਾ। तो सालाना मैंने लगता कि 200 को बच्चा कॉलेज च पढ़न जाता। सो इत्थे वीज़ा सक्सैस रेट वधिया रह सकता तुहाडा। नैक्सट वन इज़ नॉर्थ आइलैंड कॉलेज, काफ़ी मैंने लगता कि 200 तो 300 बच्चा सालाना पढ़न जाता नॉर्थ आइलैंड कॉलेज, कूटने शहर च। इट इज़ ऑन वैंकूवर आइलैंड्स। आई हैव पर्सनली विजिटेड दिस कॉलेज। सो इत्थे तुसी अप्लाई कर सकते हो। नैक्सट इज़ नॉर्दਰਨ कॉलेज टिमिन्स। टिमिन्स एक गोल्ड माइन जिन्हों कहते हैं, उत्थों उत्थे गोल्ड माइनस आर फेमस। सो टिमिन्स एक शहर है ओंटारियो प्रोविंस च। सो ये भी तुसी अप्लाई कर सकते हो। सो एक अल्बर्टा, ब्रिटिश कोलंबिया एंड टिमिन्स च जिहड़े मैं कॉलेजेस किया नॉर्दਰਨ कॉलेज च तुसी अप्लाई कर सकते हो। साल के बहुत घट नंबर च स्टूडेंट इत्थे जाते हैं तो वीज़ा चांस कैन बी
more. So students, next college I will tell you that Norquest college ਭਾਵੇਂ ਐਡਮਿੰਟਨ ਸ਼ਹਿਰ 'ਚ ਹੈ ਪਰ ਕਾਲਜ ਦੀ ਜਿਹੜੀ ਕੀ ਕਹਿੰਦੇ ਆ ਕੋਸ਼ਿਸ਼ ਹੁੰਦੀ ਹੈ ਕਿ ਬਹੁਤ ਘੱਟ ਸਟੂਡੈਂਟਸ ਔਰ ਕੁਆਲਿਟੀ 'ਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾਂਦਾ ਨੌਰਥਵੈਸਟ ਕਾਲਜ ਵੱਲੋਂ। ਤੁਸੀਂ ਨੌਰਥਵੈਸਟ ਕਾਲਜ ਨੂੰ ਚੂਜ਼ ਕਰ ਸਕਦੇ ਹੋ ਅਪਕਮਿੰਗ ਇਨਟੇਕਸ 'ਚ। ਐਂਡ ਨੈਕਸਟ ਇਜ਼ ਕੈਮੋਸਨ ਕਾਲਜ। ਕੈਮੋਸਨ ਕਾਲਜ ਵਿਕਟੋਰੀਆ 'ਚ ਹੈ, ਬ੍ਰਿਟਿਸ਼ ਕੋਲੰਬੀਆ 'ਚ, ਔਰ ਕੈਮੋਸਨ ਕਾਲਜ ਦਾ ਜਿਹੜਾ ਟਾਈ-ਅਪ ਹੈਗਾ ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਨਾਲ ਹੈ, ਹੋਰ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਾਲ ਹੈ, ਯੂਨੀਵਰਸਿਟੀ ਆਫ ਵਿਕਟੋਰੀਆ ਦੇ ਨਾਲ ਹੈ। ਸੋ ਬਹੁਤ ਵਧੀਆ ਵਧੀਆ ਸਰਕਾਰੀ ਯੂਨੀਵਰਸਿਟੀਆਂ ਦੇ ਨਾਲ ਹੈ। ਸੋ ਤੁਸੀਂ ਜੇ ਕੈਮੋਸਨ ਕਾਲਜ 'ਚ ਪੜ੍ਹਦੇ ਹੋ, ਜਿਹੜਾ ਵਿਕਟੋਰੀਆ ਇਜ਼ ਦ ਮੋਸਟ ਬਿਊਟੀਫੁਲ ਪਲੇਸ ਇਨ BC। ਸੋ ਜੇ ਤੁਸੀਂ ਉਸ ਸ਼ਹਿਰ 'ਚੋਂ ਪੜ੍ਹ ਕੇ ਨੈਕਸਟ ਤੁਸੀਂ ਟ੍ਰਾਂਸਫਰ ਲੈ ਸਕਦੇ ਹੋ ਬ੍ਰਿਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਬੈਚਲਰਸ ਖਤਮ ਕਰ ਸਕਦੇ ਹੋ। ਸੋ ਕੈਮੋਸਨ ਕਾਲਜ 'ਚ ਵੀ ਬਹੁਤ ਜ਼ਿਆਦਾ ਕੁਆਲਿਟੀ ਦਾ ਧਿਆਨ ਰੱਖਿਆ ਜਾਂਦਾ। ਸੋ ਮੈਂ ਸਟੂਡੈਂਟਸ ਨੂੰ ਗਾਈਡ ਕਰਾਂਗਾ ਕਿ ਕੈਮੋਸਨ ਕਾਲਜ ਨੂੰ ਵੀ ਚੂਜ਼ ਕੀਤਾ ਜਾ ਸਕਦਾ। ਸੋ ਨੈਕਸਟ ਕਾਲਜ ਇਜ਼ ਕਿਆਨੋ ਕਾਲਜ। ਕਿਆਨੋ ਕਾਲਜ ਇਜ਼ ਅਗੇਨ ਇਨ ਅਲਬਰਟਾ, ਫੋਰਟ ਮੈਕਮਰੀ ਹੈ। ਫੀਸ ਬੜੀ ਅਫੋਰਡੇਬਲ ਹੈਗੀ ਹੈ, $12,000 ਫੀਸ ਹੈ ਕਿਆਨੋ ਕਾਲਜ ਦੀ। ਸਰਕਾਰੀ ਕਾਲਜ ਹੈ, ਤੁਸੀਂ ਇਹਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਸੋ ਸਟੂਡੈਂਟਸ ਜਿਵੇਂ ਮੈਂ ਪਹਿਲਾਂ ਕਿਹਾ, ਰੈੱਡ ਡੀਅਰ ਕਾਲਜ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਆ। ਨਾਰਦਰਨ ਕਾਲਜ ਟਿਮਿੰਸ, ਨਾਰਥ ਆਈਲੈਂਡ ਕਾਲਜ ਕੂਟਨੇ ਬ੍ਰਿਟਿਸ਼ ਕੋਲੰਬੀਆ, ਨੌਰਕਵੈਸਟ ਕਾਲਜ is in Edmonton, Alberta. Keanu College is in Fort McMurray, Alberta. And next college I will suggest you is Justice Institute of British Columbia. So काफ़ी घट लिमिटेड कोर्सेज है JIBC च। ब्रिटिश कोलंबिया न्यू वेस्टमिनिस्टर च कॉलेज है, सरी दे काफ़ी करीब है कॉलेज जस्टिस इंस्टीट्यूट ऑफ ब्रिटिश कोलंबिया। बहुत सारे घट एजेंट हैं ਜਿਹੜੇ ਇਹ ਕਾਲਜ ਪ੍ਰਮੋਟ ਕਰਦੇ हैं बिकॉज बहुत ही लिमिटेड एजेंट्स ਦੇ ਨਾਲ ਇਹ ਕਾਲਜ ਕੰਮ ਕਰਦਾ। ਐਂਡ ਜਿਹੜੇ ਖਾਸ ਕਰਕੇ ਲਾਅ ਰਿਲੇਟਡ ਕੁਝ ਪੜ੍ਹਨਾ ਚਾਹੁੰਦੇ ਆ ਜਾਂ ਜਿਹੜੇ ਆਲਰੇਡੀ ਬੈਚਲਰਸ ਇਨ ਲਾਅ ਹੈਗੇ ਆ, ਵੈਸੇ ਐਨੀ ਬੈਚਲਰ ਸਟੂਡੈਂਟ ਕੈਨ ਟੇਕ ਐਡਮਿਸ਼ਨ ਜਿਹੜੇ ਇਹਨਾਂ ਕੋਲ ਕੋਰਸਿਸ ਹੈਗੇ ਆ, ਬਟ ਲਾਅ ਰਿਲੇਟਡ ਲਈ ਬਹੁਤ ਜ਼ਿਆਦਾ ਸੂਟੇਬਲ ਹੈਗਾ। ਐਂਡ JIBC ਇਜ਼ ਵੈਰੀ ਗੁੱਡ ਆਪਸ਼ਨ ਅਗੇਨ ਬਿਕॉज ਲਿਮਿਟਡ ਸਟੂਡੈਂਟਸ 'ਤੇ ਫੋਕਸ ਕੀਤਾ ਜਾਂਦਾ ਜਸਟਿਸ ਇੰਸਟੀਚਿਊਟ ਆਫ ਬ੍ਰਿਟਿਸ਼ ਕੋਲੰਬੀਆ ਤੋਂ। ਐਂਡ ਨੈਕਸਟ ਕਾਲਜ ਇਜ਼ ਵੈਨੀਅਰ ਕਾਲਜ, ਮੌਂਟਰੀਅਲ, ਕਿਊਬੈਕ ਵਿੱਚ। So yes, I am guiding you one college because Vanier College is government college and limited students, only 2 postgraduate courses are there ਜਿਹੜੇ ਤੁਸੀਂ ਉੱਥੇ ਲੈ ਸਕਦੇ ਹੋ। ਔਰ ਵੈਨੀਅਰ ਕਾਲਜ ਵੀ ਬਹੁਤ ਹੀ ਲਿਮਿਟਡ ਏਜੰਟਸ ਦੇ ਨਾਲ ਕੰਮ ਕਰਦਾ। ਇਸ ਤੋਂ ਬਾਅਦ ਮੈਡੀਸਨ ਹੈਟ ਕਾਲਜ, ਸਿਟੀ ਦਾ ਨਾਮ ਹੈ ਮੈਡੀਸਨ ਹੈਟ ਅਲਬਰਟਾ, ਇਹਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਲੈਥਬ੍ਰਿਜ ਕਾਲਜ, ਲੈਥਬ੍ਰਿਜ ਸਿਟੀ, ਅਲਬਰਟਾ। ਸੋ ਇਹ 10 ਕਾਲਜਿਸ ਹੈਗੇ ਆ ਜਿਹੜੇ ਅੱਜ ਮੈਂ ਸ਼ੋਅ 'ਚ ਅਨਾਊਂਸ ਕੀਤੇ। ਮੈਨੂੰ ਲੱਗਦਾ ਇਹਨਾਂ ਕਾਲਜਿਸ ਵਿੱਚ ਬਹੁਤ ਲਿਮਿਟਡ ਸਟੂਡੈਂਟ ਅਪਲਾਈ ਕਰਦਾ ਔਰ ਸਟੂਡੈਂਟਸ ਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਟੈਕਨੀਕਲੀ ਸਾਊਂਡ ਹੋ ਕੇ ਅਪਲਾਈ ਕਰਨਾ ਪਏਗਾ ਕੈਨੇਡਾ ਵਾਸਤੇ। ਬਿਲਕੁਲ ਜੀ ਬਿਲਕੁਲ, ਜਿਵੇਂ ਗੱਲ ਕੀਤੀ ਕਿ ਵਾਕਈ ਜਦੋਂ 1-2 ਕਾਲਜਿਸ ਦੇ ਵਿੱਚ ਰਿਪੀਟ ਤੇ ਤੁਸੀਂ ਅਪਲਾਈ ਕਰੇ ਜਾਓਗੇ, ਤੁਸੀਂ ਇਹ ਸੋਚੋਗੇ ਚਲੋ ਜੀ ਮੇਰਾ ਫਰੈਂਡ ਇੱਥੇ ਹੈਗਾ ਆ, ਮੇਰਾ ਕੋਈ ਰਿਲੇਟਿਵ ਇੱਥੋਂ ਪੜ੍ਹਿਆ ਹੋਇਆ, ਮੈਂ ਉੱਥੇ ਹੀ ਜਾਣਾ, ਮੈਂ ਉਸੇ ਹੀ ਲੋਕੇਸ਼ਨ 'ਤੇ ਜਾਣਾ। ਮੰਨ ਲਓ ਇੱਕ ਏਜੰਟ ਦੇ ਕੋਲ ਜੇਕਰ 50 ਬੱਚੇ ਵੀ ਆ ਰਹੇ ਨੇ, ਬਾਕੀ ਏਜੰਟਸ ਵੀ ਉਸ ਕਾਲਜ ਦੇ ਨਾਲ ਡੀਲ ਕਰਦੇ ਹੋਣਗੇ ਤੇ ਸੀਟਸ ਫੁੱਲ ਹੋਣਗੀਆਂ, ਫਿਰ ਰਿਫਿਊਜ਼ਲ ਹੀ ਫੇਸ ਕਰਨੀ ਪਏਗੀ। ਸੋ ਚੂਜ਼ ਕਰੋ, ਹੋਰ ਬੈਸਟ ਆਪਸ਼ਨਸ ਤੁਹਾਨੂੰ ਮਿਲਦੀਆਂ ਨੇ। ਜਿਵੇਂ ਸਰ ਨੇ ਦੱਸਿਆ 10 ਕਾਲਜ ਜਿਹੜੇ ਅੱਜ ਅਨਾਊਂਸ ਕੀਤੇ ਗਏ ਹੈਗੇ ਨੇ। ਇੱਕ ਵਾਰੀ ਪ੍ਰੋਪਰ ਆਪਾਂ ਇਹ ਨਹੀਂ ਕਹਿੰਦੇ ਕਿ ਬਿਲਕੁਲ ਨਵੇਂ ਕਾਲਜਸ ਦੇ ਵਿੱਚ ਤੁਸੀਂ ਅਪਲਾਈ ਕਰ ਦਿਓ। ਅਸੀਂ ਹਮੇਸ਼ਾ ਤੋਂ ਕਹਿੰਦੇ ਹਾਂ ਜਿਵੇਂ ਕਿ ਕਿਊਬੈਕ ਦੇ ਵਿੱਚ ਪ੍ਰੋਬਲਮ ਆਈ, ਬੱਚਿਆਂ ਨੂੰ ਪ੍ਰਾਈਵੇਟ ਕਾਲਜਸ ਸੀਗੇ, ਬਾਅਦ 'ਚ ਸਸਪੈਂਸ਼ਨ ਲਿਸਟ ਦੇ ਵਿੱਚ ਆ ਗਏ। ਪਰ ਜਿਹੜੇ ਨਵੇਂ ਕਾਲਜ ਨੇ ਗੌਰਮੈਂਟ ਹੋਣ, ਰਨਾਊਨ ਹੋਣ, ਪੁਰਾਣੇ ਕਾਲਜ ਯੂਨੀਵਰਸਿਟੀਜ਼ ਹੋਣ, ਤਾਂ ਕਿ ਸੇਫਟੀ ਜਿਹੜੀ ਤੁਹਾਡੀ ਉਹ ਵੀ ਬਹੁਤ ਜ਼ਰੂਰੀ ਹੈਗੀ ਹੈ। ਸੋ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਅਪਲਾਈ ਕਰੋ। ਅੱਛਾ ਸਰ, ਕਿਉਂਕਿ ਇਹ ਜਿਵੇਂ ਹੁਣ ਅਸੀਂ ਅੱਜ ਗੱਲ ਕੀਤੀ ਹੈਗੀ ਹੈ ਨਵੇਂ ਕਾਲਜਸ ਦੀ, ਬੱਚੇ ਨਾ ਸ਼ੁਰੂ ਤੋਂ ਸੋਚਦੇ ਨੇ ਨਵੇਂ ਕਾਲਜਸ ਨਹੀਂ ਹੈ, ਕਾਫੀ ਸਾਰੇ ਸਟੂਡੈਂਟਸ ਇਦਾਂ ਦੇ ਜਿਹੜੇ ਆਲਰੇਡੀ ਇੱਥੇ ਜਾ ਰਹੇ ਨੇ ਜੀ। ਐਂਡ ਸਟੂਡੈਂਟਸ ਨੂੰ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਸਟੂਡੈਂਟਸ ਆਲਰੇਡੀ ਇਹਨਾਂ ਕਾਲਜਸ ਦੀ ਖੋਜ ਕਰ ਚੁੱਕੇ ਹੈ ਔਰ ਇਹਨਾਂ ਜਿੰਨੇ ਵੀ ਕਾਲਜਸ ਦਾ ਮੈਂ ਨਾਮ ਲਿਆ, ਦੇ ਆਰ ਆਲ ਡਾਇਰੈਕਟਲੀ ਟਾਈ ਅਪ ਵਿਦ ਲੈਂਡਮਾਰਕ। ਸੋ ਸਟੂਡੈਂਟ ਕਿਤੇ ਨਾ ਕਿਤੇ ਇਸ ਚੀਜ਼ 'ਤੇ ਵੀ ਮਿਸ ਕਰ ਜਾਂਦਾ ਕਿ ਜਦੋਂ ਅਸੀਂ ਕਿਸੇ ਕੋਲ ਅਪਲਾਈ ਕਰਦੇ ਹਾਂ ਤਾਂ ਕਾਲਜਸ ਦਾ ਡਾਇਰੈਕਟ ਟਾਈ ਅਪ ਨਹੀਂ ਹੁੰਦਾ। ਸੋ ਇਹਨਾਂ ਕਾਲਜਸ ਜਿਨ੍ਹਾਂ ਦਾ ਵੀ ਮੈਂ ਨਾਮ ਲਿਆ, ਸੋ ਦੇ ਆਰ ਆਲ ਡਾਇਰੈਕਟਲੀ ਇਨ ਟੱਚ ਵਿਦ ਲੈਂਡਮਾਰਕ ਐਂਡ ਸਾਡੀ ਟੀਮ ਉੱਥੇ ਟਾਈਮ ਟੂ ਟਾਈਮ 'ਤੇ ਵਿਜ਼ਿਟ ਕਰਦੀ ਰਹਿੰਦੀ ਔਰ ਮੈਂ ਵੀ ਬਹੁਤ ਸਾਰੇ ਕਾਲਜਸ ਡਾਇਰੈਕਟਲੀ ਵਿਜ਼ਿਟ ਕਰ ਚੁੱਕੇ ਹਾਂ। ਸੋ ਦੇ ਆਰ ਆਲ ਪਬਲਿਕ ਕਾਲਜਸ, ਦੇ ਆਰ ਆਲ ਗਵਰਨਮੈਂਟ ਕਾਲਜਸ। ਜਿਹੜੇ ਵੀ ਮੈਂ 10 ਕਾਲਜਸ ਦਾ ਅੱਜ ਨਾਮ ਲਿਆ, ਦੇ ਆਰ ਆਲ ਗਵਰਨਮੈਂਟ ਕਾਲਜਸ। ਸੋ ਐਂਡ ਤੇ ਫਿਊ ਕਾਲਜਸ ਆਲਸੋ ਵਿਲ ਹੈਲਪ ਯੂ, ਜਿਹਨੇ ਕਿਤੇ ਕਿ ਜੌਬਸ ਵਾਸਤੇ ਕਾਫੀ ਸਾਰੇ ਕਾਲਜਸ ਹੈਲਪ ਕਰਦੇ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ।
ਸੋ ਇਹ ਸਾਰੇ ਹੀ ਕਾਲਜਸ ਬਹੁਤ ਹੀ ਅੱਛੇ ਕਾਲਜਸ ਹੈ ਜਿੱਥੇ ਸਟੂਡੈਂਟਸ ਨੂੰ ਐਕਸਪਲੋਰ ਕਰਨਾ ਚਾਹੀਦਾ। ਸੋ ਕਿਉਂਕਿ ਸਟੂਡੈਂਟਸ ਤੁਹਾਡੀ ਗੱਲ ਸਹੀ ਹੈ ਕਿ ਬਿਲਕੁਲ ਐਕਸਪਲੋਰ ਨਹੀਂ ਕਰਦੇ, ਔਰ ਜੇ ਫਰੈਂਡ ਜਿਹੜੇ ਕਾਲਜ 'ਚ ਜਾ ਰਹੇ ਆਪਾਂ ਉੱਥੇ ਹੀ ਫਾਈਲ ਲਾ ਲਈ, ਜਿੱਥੇ ਰਿਸ਼ਤੇਦਾਰ ਹੈਗਾ ਅਸੀਂ ਉੱਥੇ ਹੀ ਫਾਈਲ ਲਾ ਲਈ। ਸੋ ਇਹੀ ਟ੍ਰੈਂਡ ਮੈਂ ਦੇਖਦਾ ਜ਼ਿਆਦਾਤਰ। ਬਟ ਹੁਣ ਜੇ ਕੈਨੇਡਾ ਦਾ ਅਸੀਂ ਵੀਜ਼ਾ ਲੈਣਾ ਤਾਂ ਸਾਨੂੰ ਕੁਛ ਡਿਫਰੈਂਟ ਕਰਨਾ ਪੈਣਾ। ਸੋ ਇਹਦੇ ਬਾਰੇ ਅਸੀਂ ਯੂਨੀਵਰਸਿਟੀਜ਼ ਡਿਸਕਸ ਕਰਾਂਗੇ, ਕੁਛ ਯੂਨੀਵਰਸਿਟੀਜ਼ ਵੀ ਮੈਂ ਸਟੂਡੈਂਟਸ ਨੂੰ ਡਿਸਕਸ ਕਰਾਂਗਾ ਕਿ ਜਿਨ੍ਹਾਂ 'ਚ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ। ਸੋ ਬਿਲਕੁਲ ਜੀ, ਇਹਨਾਂ ਕਾਲਜਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਦਾ ਇੱਕ ਫੇਥ ਜਿਹੜਾ ਆਲਰੇਡੀ ਸਟੂਡੈਂਟ ਦੇ ਵਿੱਚ ਬਿਲਟ ਹੈਗਾ, ਕਿਉਂਕਿ ਇੰਨੀ ਪੁਰਾਣੀ ਕੰਪਨੀ ਹੈਗੀ ਹੈ। ਫਿਰ ਉਸ ਤੋਂ ਬਾਅਦ ਇੰਨੇ ਸਟੂਡੈਂਟ ਹਰ ਸਾਲ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਜਾਂਦੇ ਨੇ। ਸੋ ਸਟੂਡੈਂਟ ਨੂੰ ਇੱਕ ਫੇਥ ਹੋ ਜਾਂਦਾ ਕਿ ਜਿਹੜੇ ਕਾਲਜ, ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਸਾਨੂੰ ਲੈਂਡਮਾਰਕ ਇਮੀਗ੍ਰੇਸ਼ਨ ਭੇਜੇਗਾ, obviously ਕਿ ਉਹ ਬੈਸਟ ਹੀ ਹੋਏਗੀ। ਦੂਸਰੀ ਗੱਲ ਜੀ, ਹੁਣ ICCRC ਮੈਂਬਰ ਜਸਪ੍ਰੀਤ ਭਾਟੀਆ ਜੀ, ਉਹਨਾਂ ਦੇ ਨਾਲ ਵੀ ਅਸੀਂ ਸ਼ੋਅ ਕੀਤਾ ਸੀ। PR ਨੂੰ ਲੈ ਕੇ ਉਹਨਾਂ ਦੇ ਨਾਲ ਡਿਸਕਸ਼ਨ ਹੋਈ ਸੀ। ਉਸ ਤੋਂ ਬਾਅਦ ਕਾਫੀ ਲੋਕ ਜਿਹੜਾ PR ਦੇ ਵਿੱਚ ਇੰਟਰਸਟਡ ਵੀ ਨਿਕਲੇ ਨੇ, ਜਿਨ੍ਹਾਂ ਦੀ ਬਹੁਤ ਸਾਰੀਆਂ ਸਾਨੂੰ ਮੇਲਸ ਆਈਆਂ ਨੇ। ਸੋ ਮੈਂ ਤੁਹਾਨੂੰ ਵੀ ਦੱਸ ਦਿੰਦੀ ਹਾਂ, ਜੇਕਰ ਤੁਸੀਂ ਵੀ PR ਅਪਲਾਈ ਕਰਨੀ ਹੈਗੀ ਆ, ਹੁਣ ਤੁਹਾਡੇ ਕੋਲ ਮੌਕਾ ਹੈਗਾ ਜੀ ICCRC ਮੈਂਬਰ ਨੂੰ ਡਾਇਰੈਕਟ ਮਿਲਣ ਦਾ। ਤੁਸੀਂ ਪਹੁੰਚ ਸਕਦੇ ਹੋ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ। ਸੋ ਕਾਲਜਸ ਨੂੰ ਲੈ ਕੇ ਅਸੀਂ ਗੱਲ ਕੀਤੀ ਆ। ਹੁਣ ਯੂਨੀਵਰਸਿਟੀ ਸਰ, ਮੈਂ ਜਾਣਨਾ ਚਾਹਾਂਗੀ ਕਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੀਆਂ ਤੁਸੀਂ ਸਟੂਡੈਂਟਸ ਨੂੰ ਦੱਸੋਗੇ ਕਿ ਬੈਸਟ ਹੈਗੀਆਂ ਨੇ ਉਹਨਾਂ ਦੇ ਲਈ? ਸੋ ਸਾਰੀਆਂ ਹੀ ਫਿਰ ਗਵਰਨਮੈਂਟ ਯੂਨੀਵਰਸਿਟੀਜ਼ ਹੈ, ਔਰ ਇਹਨਾਂ ਸਾਰੀਆਂ ਯੂਨੀਵਰਸਿਟੀਜ਼ ਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਟਾਈ ਅਪ ਕਰ ਰੱਖਦਾ ਹੈ, ਔਰ ਇਹਨਾਂ 'ਚ ਡਾਇਰੈਕਟਲੀ ਸਟੂਡੈਂਟਸ ਦੇ ਨਾਲ ਅਸੀਂ ਉਹਨਾਂ ਦੀ ਅਪਲਾਈ ਕੀਤਾ ਜਾਂਦਾ। ਸੋ ਪਹਿਲੀ ਗੱਲ, ਜਿਵੇਂ ਤੁਸੀਂ ਕਿਹਾ ਕਿ ਸਾਡੇ ਕੋਲ RCIC ਮੈਂਬਰਸ ਹੈਗੇ ਆ ਆਪਣੇ ਪੈਨਲ 'ਤੇ, 3 RCIC ਮੈਂਬਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਪੈਨਲ 'ਤੇ ਕੰਮ ਕਰਦੇ ਆ। ਐਂਡ ਜਸਪ੍ਰੀਤ ਜਿਹੜੇ ਕਿ ਅੱਜ ਕੱਲ੍ਹ ਇੰਡੀਆ ਆਏ ਹੋਏ ਸੀ, ਉਹਨਾਂ ਨਾਲ ਵੀ ਉਹਨਾਂ ਨੇ ਬਹੁਤ ਸਾਰੇ ਕਲਾਇੰਟਸ ਨਾਲ ਮਿਲੇ, ਬਹੁਤ ਸਾਰੇ ਡਾਊਟਸ ਕਲੀਅਰ ਕੀਤੇ। ਔਰ ਜੇ ਤੁਸੀਂ ਵੀ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਦੇ ਨਾਲ 90413 90412 'ਤੇ WhatsApp ਕਰ ਸਕਦੇ ਹੋ। ਆਪਣੀ ਪ੍ਰੋਫਾਈਲ ਸਾਨੂੰ ਈਮੇਲ ਕਰ ਸਕਦੇ ਹੋ info@landmarkimmigration.com 'ਤੇ। ਔਰ ਸਾਡੇ 14 ਸਾਲ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਸਿਰਫ ਇੱਕੋ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟ ਨੂੰ ਸਹੀ ਗਾਈਡੈਂਸ ਦਿੱਤੀ ਜਾਵੇ। ਸੋ ਯੂਨੀਵਰਸਿਟੀਆਂ ਬਾਰੇ ਗੱਲ ਕਰਾਂਗੇ। ਯੂਨੀਵਰਸਿਟੀ, ਪਹਿਲੀ ਯੂਨੀਵਰਸਿਟੀ ਮੈਂ ਕਹਾਂਗਾ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ। ਸੋ AIPP ਦੇ ਅੰਡਰ ਆਉਂਦੀ ਹੈ, ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਅੰਡਰ ਇਹ ਯੂਨੀਵਰਸਿਟੀ ਆ ਜਾਂਦੀ ਹੈ। ਸੋ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਇਜ਼ ਅਫੋਰਡੇਬਲ ਆਲਸੋ। ਜਿਹੜੀ ਫੀਸ ਹੈਗੀ ਆ ਉਹ $17,000-18,000 ਤੋਂ ਸਟਾਰਟ ਹੋ ਕੇ $20,000-22,000 ਤੱਕ ਹੈਗੀ ਹੈ। ਔਰ ਜੇ ਤੁਸੀਂ ਗ੍ਰੈਜੂਏਸ਼ਨ ਕਰ ਲੈਂਦੇ ਹੋ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਤੋਂ ਆਟੋਮੈਟਿਕਲੀ ਤੁਸੀਂ ਅਟਲਾਂਟਿਕ ਪ੍ਰੋਵਿੰਸਿਸ 'ਚ PR ਲੈਣੀ ਬਹੁਤ ਹੀ ਸੌਖੀ ਹੋ ਜਾਂਦੀ ਹੈ। ਸੋ ਨਿਊ ਬਰੂਨਸਵਿਕ, ਇਹਨਾਂ ਦੇ ਕੈਂਪਸ ਮੇਨ ਸਿਟੀਜ਼ 'ਚ ਹੈਗੀਆਂ ਸੇਂਟ ਜੌਨ, ਮੰਕਟਨ ਐਂਡ ਫਰੈਡਰਿਕਟਨ। ਐਂਡ ਫਿਰ ਬ੍ਰੈਂਡਨ ਯੂਨੀਵਰਸਿਟੀ ਮੈਨੀਟੋਬਾ 'ਚ ਹੈ, ਬ੍ਰੈਂਡਨ ਸ਼ਹਿਰ 'ਚ ਹੈ। ਇੰਟਰਨੈਸ਼ਨਲ ਸਟੂਡੈਂਟ ਸਟਰੀਮ ਦੇ ਤੇ ਅੰਦਰ ਤੁਸੀਂ ਮੈਨੀਟੋਬਾ ਦੇ ਅੰਦਰ PR ਲੈ ਸਕਦੇ ਹੋ। ਔਰ ਬ੍ਰੈਂਡਨ ਯੂਨੀਵਰਸਿਟੀ ਬਹੁਤ ਹੀ ਘੱਟ ਏਜੰਟਸ ਦੇ ਨਾਲ ਕੰਮ ਕਰਦੀ ਹੈ। ਸੋ ਬ੍ਰੈਂਡਨ ਯੂਨੀਵਰਸਿਟੀ 'ਚ ਤੁਸੀਂ ਅਪਲਾਈ ਕਰ ਸਕਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ। ਯੂਨੀਵਰਸਿਟੀ ਆਫ ਰਜਾਈਨਾ, ਜੇ ਅਸੀਂ ਯੂਨੀਵਰਸਿਟੀ ਆਫ ਰਜਾਈਨਾ ਦੀ ਗੱਲ ਕਰੀਏ ਤਾਂ ਰਜਾਈਨਾ ਸਿਟੀ ਸਸਕੈਚੁਅਨ 'ਚ ਹੈ ਯੂਨੀਵਰਸਿਟੀ। ਰਜਾਈਨਾ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ ਉਹ 2.5 ਲੱਖ ਤੋਂ ਪਲੱਸ ਹੈ, ਔਰ ਸਸਕੈਚੁਅਨ 'ਚ PR ਲੈਣੀ ਕਾਫੀ ਈਜ਼ੀ ਹੋ ਜਾਂਦੀ ਹੈ। ਸੋ ਯੂਨੀਵਰਸਿਟੀ ਆਫ ਰਜਾਈਨਾ ਬਹੁਤ ਸਾਰੇ ਡਿਪਲੋਮਾ ਕੋਰਸਿਸ ਵੀ ਆਫਰ ਕਰਦੀ ਹੈ। ਡਿਪਲੋਮਾ ਇਨ ਬਿਜ਼ਨਸ, ਡਿਪਲੋਮਾ ਇਨ ਕੰਪਿਊਟਰਸ, ਡਿਪਲੋਮਾ ਇਨ ਹੈਲਥ ਸਟੱਡੀਜ਼। ਐਂਡ ਜਿਹੜੀ ਫੀਸ ਹੈ ਉਹ ਵੀ $14,000 ਤੋਂ ਸਟਾਰਟ ਹੋ ਜਾਂਦੀ ਹੈ ਯੂਨੀਵਰਸਿਟੀ ਆਫ ਰਜਾਈਨਾ ਦੀ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਲਗੋਮਾ ਯੂਨੀਵਰਸਿਟੀ, ਜਿਹੜੀ ਕਿ ਅਫੋਰਡੇਬਲ ਹੈ, ਔਰ ਇਹਨਾਂ ਕੋਲ 3 ਸਾਲ ਦੀਆਂ ਕਾਫੀ ਸਾਰੀਆਂ ਬੈਚਲਰ ਡਿਗਰੀਜ਼ ਹੈਗੀਆਂ ਜਿਨ੍ਹਾਂ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਅਲਗੋਮਾ ਯੂਨੀਵਰਸਿਟੀ ਸੂਟ ਸੇਂਟ ਮੈਰੀ 'ਚ ਹੈ ਮੇਨ ਕੈਂਪਸ, ਐਂਡ ਇੱਕ ਇਹਨਾਂ ਦਾ ਕੈਂਪਸ ਬਰੈਂਪਟਨ 'ਚ ਹੈਗਾ। ਸੋ ਸੂਟ ਸੇਂਟ ਮੈਰੀ ਵਾਲਾ ਜਿਹੜਾ ਇਹਨਾਂ ਦਾ ਕੈਂਪਸ ਹੈ ਉਹ RNIP ਦੇ ਅੰਡਰ ਆ ਜਾਂਦਾ, ਦੈਟ ਇਜ਼ ਰੂਰਲ ਔਰ ਰੀਜਨਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ। ਔਰ ਅਲਗੋਮਾ ਯੂਨੀਵਰਸਿਟੀ ਵੀ ਅਫੋਰਡੇਬਲ ਹੈ, $17,000-18,000 ਤੋਂ ਇਹਦੀ ਫੀਸ ਸਟਾਰਟ ਹੋ ਜਾਂਦੀ ਹੈ। ਔਰ 3 ਸਾਲ ਦੇ ਕੁਛ ਬੈਚਲਰਸ ਆਫਰ ਕਰਦੀ ਹੈ, ਲਾਈਕ ਬੈਚਲਰਸ ਇਨ ਕੰਪਿਊਟਰ ਸਾਇੰਸ, ਬੈਚਲਰਸ ਇਨ ਸੋਸ਼ੋਲੋਜੀ, ਬੈਚਲਰਸ ਇਨ ਕੰਪਿਊਟਰ ਕਮਿਊਨਿਟੀ ਸਪੋਰਟ ਵਰਕਰ ਐਂਡ ਬੈਚਲਰਸ ਇਨ ਬਾਇਓਲੋਜੀ। ਸੋ ਸਟੂਡੈਂਟਸ ਅਲਗੋਮਾ ਯੂਨੀਵਰਸਿਟੀ ਦੀ 3 ਸਾਲ ਵਾਲੀ ਬੈਚਲਰ ਡਿਗਰੀ ਵੀ ਚੂਜ਼ ਕਰ ਸਕਦੇ ਆ। ਨੈਕਸਟ ਇਜ਼ ਟ੍ਰੈਂਟ ਯੂਨੀਵਰਸਿਟੀ। ਸੋ ਟ੍ਰੈਂਟ ਯੂਨੀਵਰਸਿਟੀ ਇਜ਼ ਅਗੇਨ ਇਨ ਪੀਟਰਸਬਰੋ ਓਨਟਾਰੀਓ, ਐਂਡ ਇਟ ਇਜ਼ ਆਲਸੋ ਅ ਵੈਰੀ ਬਿਊਟੀਫੁਲ ਯੂਨੀਵਰਸਿਟੀ। ਬਹੁਤ ਵੱਡਾ ਕੈਂਪਸ ਹੈ, ਐਂਡ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈ ਇੱਥੇ ਪੜ੍ਹਨ ਦੀ, ਔਰ ਫੀਸ ਅਫੋਰਡੇਬਲ ਹੈ। ਸਕਾਲਰਸ਼ਿਪਸ ਬਹੁਤ ਜ਼ਿਆਦਾ ਪ੍ਰੋਵਾਈਡ ਕਰ ਰਹੀ ਹੈ ਯੂਨੀਵਰਸਿਟੀ। ਸੋ ਟ੍ਰੈਂਟ ਯੂਨੀਵਰਸਿਟੀ 'ਚ ਤੁਸੀਂ ਪੜ੍ਹਨ ਜਾ ਸਕਦੇ ਹੋ ਓਨਟਾਰੀਓ ਵਿੱਚ, ਪੀਟਰਸਬਰੋ। ਇੱਥੇ ਫਲੇਮਿੰਗ ਕਾਲਜ ਵੀ ਹੈਗਾ, ਸੋ ਟ੍ਰੈਂਟ ਯੂਨੀਵਰਸਿਟੀ ਤੁਸੀਂ ਚੂਜ਼ ਕਰ ਸਕਦੇ ਹੋ। ਐਂਡ ਨੈਕਸਟ ਇਜ਼ ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ ਆਈਲੈਂਡ।
ਸੋ UPIE ਵੀ ਤੁਸੀਂ ਚੂਜ਼ ਕਰ ਸਕਦੇ ਹੋ। ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ ਆਈਲੈਂਡ, ਅਗੇਨ it is in a beautiful city called Charlestown which is capital of Prince Edward Island, and ਤੁਸੀਂ PEI ਚ PR ਲੈਣੀ ਵੀ AIPP ਦੇ ਅੰਡਰ ਤੁਸੀਂ ਅਪਲਾਈ ਕਰ ਸਕਦੇ ਹੋ। And next university is Wilfrid Laurier University. Wilfrid Laurier University is in Ontario, comes under the Kitchener area, which is coming as the Kitchener, Cambridge and the Gulf area, which is coming as an IT hub for the whole Canada. So major IT companies are coming up in that area, and Wilfrid Laurier University is a parent university for Waterloo, and it's very ਕੀ ਕਹਿੰਦੇ ਆ in high demand, and the selection criteria is also selective. So ਜੇ ਤੁਸੀਂ ਯੂਨੀਵਰਸਿਟੀ 'ਚ ਅਪਲਾਈ ਕਰਨਾ ਚਾਹੁੰਦੇ ਹੋ, your percentage should be more than 70%. Many of the universities do ask you that. ਜੇ ਤੁਹਾਡੇ 70% ਤੋਂ ਉੱਤੇ ਨੰਬਰ ਹੈ ਤਾਂ ਤੁਸੀਂ ਯੂਨੀਵਰਸਿਟੀ 'ਚ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ESL ਤੋਂ ਬਿਨਾ ਪੜ੍ਹਨਾ ਚਾਹੁੰਦੇ ਹੋ ਤਾਂ 6 ਈਚ, ਔਰ ਕਾਫੀ ਸਾਰੀ ਯੂਨੀਵਰਸਿਟੀ 6.5 no band less than 6 ਦੀ ਵੀ ਰਿਕੁਆਇਰਮੈਂਟ ਰੱਖਦੀਆਂ। ਔਰ ਜੇ ਤੁਸੀਂ ESL ਦੇ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ 1 module 5.5 ਇਜ਼ ਆਲਸੋ ਐਕਸੈਪਟੇਬਲ। ਫਿਰ ਸਟੂਡੈਂਟਸ ਕਹਿੰਦੇ ਆ ਸਕਾਲਰਸ਼ਿਪ ਸਿਰਫ ਯੂਨੀਵਰਸਿਟੀਜ਼ ਵੱਲੋਂ ਹੀ ਦਿੱਤੀਆਂ ਜਾਂਦੀਆਂ, basis on your percentage and your IELTS score. So scholarship ਸਿਰਫ ਯੂਨੀਵਰਸਿਟੀ ਵੱਲੋਂ ਹੀ ਪ੍ਰੋਵਾਈਡ ਹੁੰਦੀਆਂ। ਸੋ ਸਟੂਡੈਂਟਸ ਮੈਂ ਇਹੀ ਗਾਈਡ ਕਰਾਂਗਾ ਕਿ ਸਕਾਲਰਸ਼ਿਪਸ ਜੇ ਤੁਸੀਂ ਲੈਣਾ ਚਾਹੁੰਦੇ ਹੋ, ਐਂਡ ਜੇ ਤੁਸੀਂ ਵਧੀਆ ਵਾਈਟ ਕਾਲਰ ਜੌਬ ਕਰਨਾ ਚਾਹੁੰਦੇ ਹੋ ਤਾਂ ਆਈ ਫੀਲ ਯੂ ਸ਼ੁੱਡ ਗੋ ਫॉर ਯੂਨੀਵਰਸਿਟੀ ਸਟੱਡੀਜ਼। ਸੋ ਬਿਲਕੁਲ ਜੀ, ਸੋ ਗੱਲ ਕੀਤੀ ਯੂਨੀਵਰਸਿਟੀਜ਼ ਕਾਲਜਸ ਦੀ, ਬਹੁਤ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਕਾਲਜ ਯੂਨੀਵਰਸਿਟੀਜ਼ ਦੇ ਨਾਲ ਸਭ ਨੂੰ ਪਤਾ ਕਿ ਲੈਂਡਮਾਰਕ ਇਮੀਗ੍ਰੇਸ਼ਨ ਦਾ ਟਾਈਪ ਹੈਗਾ ਆ। ਸੋ ਤੁਹਾਨੂੰ ਆਪਸ਼ਨ ਬਹੁਤ ਜ਼ਿਆਦਾ ਮਿਲ ਜਾਂਦੀਆਂ ਹੈਗੀਆਂ ਨੇ, ਲੋਕੇਸ਼ਨਸ ਦੀਆਂ ਆਪਸ਼ਨ ਬਹੁਤ ਹੋ ਜਾਂਦੀ ਹੈ ਤੁਹਾਡੇ ਕੋਲ, ਕੋਰਸ ਨੂੰ ਲੈ ਕੇ ਵਾਈਡ ਆਪਸ਼ਨ ਹੈਗੀਆਂ ਨੇ ਤੁਹਾਡੇ ਕੋਲ। ਜਾਂ ਫਿਰ ਪ੍ਰੋਫਾਈਲ ਦੀ ਅਸੀਂ ਗੱਲ ਕਰਦੇ ਹਾਂ, ਅਲੱਗ-ਅਲੱਗ ਤਰ੍ਹਾਂ ਦਾ ਪ੍ਰੋਫਾਈਲ ਹੁੰਦਾ ਤੁਹਾਡਾ, ਇੱਕ ਕਾਲਜ ਦੇ ਨਾਲ ਮੈਚ ਨਹੀਂ ਹੁੰਦਾ, ਦੂਸਰੇ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਸਭ ਤੋਂ ਵੱਡੀ ਗੱਲ ਕਿ ਸਾਰੇ ਜਿੰਨੇ ਵੀ ਸਰ ਨੇ ਕਾਲਜ ਯੂਨੀਵਰਸਿਟੀਜ਼ ਦੱਸੇ ਨੇ ਸਭ ਗਵਰਨਮੈਂਟ ਨੇ, ਸੋ ਤੁਸੀਂ ਅਪਲਾਈ ਕਰੋਗੇ ਬੈਸਟ ਜਿਹੜਾ ਤੁਹਾਡੇ ਲਈ ਰਹੇਗਾ ਜੀ। ਬਾਕੀ ਜੀ ਕੈਨੇਡਾ ਜਾਣਾ ਹੈਗਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ ਜੀ, ਅਪਲਾਈ ਕਰ ਸਕਦੇ ਹੋ। PR ਲੈਣੀ ਹੈਗੀ ਆ, ICCRC ਮੈਂਬਰ ਹੁਣ ਆਏ ਹੋਏ ਨੇ, ਤੁਸੀਂ ਉਹਨਾਂ ਨੂੰ ਡਾਇਰੈਕਟ ਜਿਹੜਾ ਮਿਲ ਸਕਦੇ ਹੋ, ਨੰਬਰ ਤੁਹਾਡੇ ਕੋਲ ਆ ਗਏ ਨੇ ਜੀ। ਸੋ ਸਰ ਮੈਂ ਜਾਣਨਾ ਚਾਹਾਂਗੀ ਕਿ ਜਿਹੜੇ ਬੱਚੇ ਹੁਣ ਰਿਫਿਊਜ਼ ਹੋ ਗਏ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ, ਕਿਉਂਕਿ ਬਹੁਤ ਘਬਰਾਹਟ ਹੈ ਉਹਨਾਂ ਦੇ ਮਨ ਦੇ ਵਿੱਚ ਕਿ ਹੁਣ ਇੰਨੇ ਟਾਈਮ ਤੋਂ ਅਸੀਂ ਵੇਟ ਕਰ ਰਹੇ ਸੀ, 6 ਮਹੀਨੇ ਹੋ ਗਏ, ਸਾਲ ਹੋ ਗਏ, ਹੁਣ ਅਚਾਨਕ ਰਿਫਿਊਜ਼ਲ ਆ ਗਈ ਹੈ ਸਾਡੇ ਕੋਲ। ਸੋ ਮੈਂ ਸਟੂਡੈਂਟਸ ਨੂੰ ਇਹੀ ਗਾਈਡ ਕਰਨਾ ਚਾਹਾਂਗਾ ਕਿ ਰਾਈਟ ਨਾਓ ਤੁਸੀਂ ਪੈਨਿਕ ਨਾ ਕਰੋ। ਜਿਹੜੀ ਏਜੰਟ ਕੋਲ ਤੁਸੀਂ ਅਪਲਾਈ ਕੀਤਾ ਸੀ ਉਹਦੀ ਗਾਈਡੈਂਸ ਲਓ, ਔਰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਪ੍ਰਾਈਵੇਟ ਕਾਲਜ 'ਚ ਅਪਲਾਈ ਕੀਤਾ ਸੀ ਤਾਂ ਤੁਹਾਨੂੰ ਇੱਕ ਸਰਕਾਰੀ ਕਾਲਜ ਚੂਜ਼ ਕਰਨਾ ਚਾਹੀਦਾ। ਐਂਡ ਜੇ ਤੁਹਾਨੂੰ ਕੋਈ ਵੀ ਸਲਾਹ ਚਾਹੀਦੀ ਹੈ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਟੀਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ 90413 90412 ਤੇ, ਐਂਡ ਵੀ ਵਿਲ ਐਡਵਾਈਜ਼ ਯੂ ਇਨ ਅ ਰਾਈਟ ਵੇ। ਔਰ ਅੱਜ ਦੀ ਡੇਟ 'ਚ ਜਿਵੇਂ ਕਹਿ ਲਈਏ ਕਿ ਇੱਕ ਔਖੀ ਘੜੀ ਚੱਲ ਰਹੀ ਹੈ ਔਰ ਕਾਫੀ ਸਾਰੇ ਸਟੂਡੈਂਟਸ ਇਸ ਚੀਜ਼ ਤੋਂ ਡਰੇ ਹੋਏ ਆ, ਨਾ ਕਿ SDS ਕਾਫੀ ਪ੍ਰੋਫਾਈਲਸ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ। ਤਾਂ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਲੈਟਸ ਬੀ ਪੋਜ਼ੀਟਿਵ, ਐਂਡ ਇਹਨਾਂ ਸਾਰਿਆਂ ਨੂੰ ਸਟੂਡੈਂਟਸ ਨੂੰ ਵੀਜ਼ਾ ਮਿਲਣ ਦੀ ਪੂਰੀ ਉਮੀਦ ਹੈ ਜਦੋਂ ਇਹ ਸਟੂਡੈਂਟਸ ਰੀਫਾਈਲਿੰਗ ਕਰਨਗੇ। ਸੋ ਸਟੂਡੈਂਟਸ ਸਾਡੇ ਆਫਿਸਿਸ ਜਿਵੇਂ ਵੱਖ-ਵੱਖ ਸ਼ਹਿਰ 'ਚ ਹੈਗੇ ਆ, ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ, ਬਠਿੰਡਾ ਐਂਡ ਵਡੋਦਰਾ 'ਚ ਸਾਡਾ ਆਫਿਸ ਹੈਗਾ। ਤੁਸੀਂ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ। ਸਾਡੇ ਹਰ ਆਫਿਸ 'ਚ ਐਕਸਪਰਟ ਟੀਮ ਹੈ, ਬ੍ਰਾਂਚ ਮੈਨੇਜਰਸ ਹੈ, ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਉਹਨਾਂ ਤੋਂ ਕਾਉਂਸਲਿੰਗ ਲੈ ਸਕਦੇ ਹੋ। ਐਂਡ ਇਫ ਯੂ ਨੀਡ ਮੋਰ ਇਨਫੋਰਮੇਸ਼ਨ ਤੁਸੀਂ ਸਾਡੇ ਮੋਹਾਲੀ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਜਿੱਥੇ ਗੁਰਪ੍ਰੀਤ ਐਂਡ ਮੈਂ ਵੀ ਇੱਥੇ ਮੋਹਾਲੀ ਆਫਿਸ 'ਚ ਹੁੰਨਾ। ਤੁਸੀਂ ਬਾਏ ਅਪੁਆਇੰਟਮੈਂਟ ਮੈਨੂੰ ਮਿਲ ਸਕਦੇ ਹੋ, ਐਂਡ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਆਪਣੀ ਕੁਐਰੀ 90413 90412 ਤੇ, ਕਾਲ ਵੀ ਕਰ ਸਕਦੇ ਹੋ ਔਨ ਦਿਸ ਨੰਬਰ। ਐਂਡ ਫਿਰ ਜੇ ਤੁਹਾਨੂੰ ਈਮੇਲ ਰਾਹੀਂ ਕੁਛ ਆਪਣੇ ਡਾਕੂਮੈਂਟਸ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਤਾਂ info@landmarkimmigration.com ਤੇ ਈਮੇਲ ਕਰਕੇ ਤੁਸੀਂ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ। ਅੱਛਾ ਸਰ, ਹੁਣ ਬਜਟ ਦੀ ਮੈਂ ਗੱਲ ਕਰਾਂਗੀ, ਜਿਵੇਂ ਕਿ ਮੇਲਸ ਆਈਆਂ ਸੀਗੀਆਂ ਫੰਡਸ ਸ਼ੋ ਕਰਨੇ ਨੇ, ਹੁਣ ਅੱਗਿਓਂ ਤੁਹਾਨੂੰ ਕੀ ਲੱਗਦਾ? ਚਲੋ ਉਹ ਤਾਂ ਕਿਊਬੈਕ ਦੀਆਂ ਮੇਲਸ ਆ ਗਈਆਂ, ਅਦਰਵਾਈਜ਼ ਆਪਾਂ ਕੈਨੇਡਾ ਦੇ ਲਈ ਕਦੇ ਵੀ ਫੰਡ ਸ਼ੋ ਨਹੀਂ ਕਰਦੇ ਸੀ, GIC ਜਿਹੜੀ ਉਹੀ ਪੇ ਕਰਦੇ ਸੀ। ਹੁਣ ਤੁਹਾਨੂੰ ਅੱਗਿਓਂ ਕੀ ਲੱਗਦਾ ਕਿ ਜਿਹੜੇ ਬੱਚੇ ਹੁਣ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਵੀ ਇੱਦਾਂ ਦੀ ਰਿਕੁਐਸਟ ਆ ਸਕਦੀ ਹੈ, ਉਹਨਾਂ ਨੂੰ ਵੀ ਫੰਡਸ ਸ਼ੋ ਕਰਨੇ ਪੈਣਗੇ ਕਿ ਨਹੀਂ? ਅਸੀਂ ਦੇਖੋ, ਜਦੋਂ ਅਸੀਂ ਇੱਕ ਪੈਕੇਜ ਸਿਸਟਮ 'ਚ ਅਪਲਾਈ ਕਰਦੇ ਹਾਂ ਜਾਂ ਫਿਰ ਅਸੀਂ ਫੀਸ ਆਫਟਰ ਵੀਜ਼ਾ ਵਾਲੇ
ਸਿਸਟਮ 'ਚ ਅਪਲਾਈ ਕਰਦੇ ਹਾਂ ਜਾਂ ਅਸੀਂ ਕਾਲਜ ਦੀ ਫੀਸ ਢੰਗ ਨਾਲ ਨਹੀਂ ਭਰਦੇ ਹਾਂ ਤਾਂ ਉਹਨਾਂ ਸਟੂਡੈਂਟਸ ਨੂੰ ਜ਼ਰੂਰ ਕੁਝ ਮੇਲਸ ਆ ਸਕਦੀਆਂ ਔਰ ਕਿਊਬੈਕ ਨੂੰ ਵੀ ਲੈ ਕੇ ਮੈਨੂੰ ਕਹਿੰਦੇ ਕੰਪਲਾਇੰਸ ਨੂੰ ਲੈ ਕੇ ਆਡਿਟ ਰਿਪੋਰਟ ਨੂੰ ਲੈ ਕੇ ਈਮੇਲਸ ਆਈਆਂ ਹੋਣਗੀਆਂ ਸਟੂਡੈਂਟਸ ਨੂੰ। ਬਟ ਜੇ ਅਸੀਂ ਕੀ ਕਹਿੰਦੇ ਆ ਸਿਸਟਮ ਫੋਲੋ ਕਰਦੇ ਹਾਂ ਪ੍ਰੋਪਰਲੀ 1 ਸਾਲ ਦੀ ਫੀਸ ਭਰਦੇ ਹਾਂ GIC ਅਕਾਊਂਟ ਖੁਲਾਉਂਦੇ ਹਾਂ ਫਿਰ ਇਹ ਈਮੇਲਸ ਨਹੀਂ ਆਉਣਗੀਆਂ ਰਿਕੁਆਇਰਮੈਂਟ ਨਹੀਂ ਆਉਣਗੀਆਂ। ਪਰ ਫਿਰ ਵੀ ਜਦੋਂ ਸਟੂਡੈਂਟ ਅਪਲਾਈ ਕਰਦਾ ਹੈ ਆਪਣਾ ਸਟੂਡੈਂਟ ਵੀਜ਼ਾ ਮੈਂ ਉਹਨੂੰ ਇਹੀ ਗਾਈਡ ਕਰਦਾ ਕਿ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਜ਼ਰੂਰ ਆਪਣੀ ਫਾਈਲ 'ਚ ਲਗਾਏ ਔਰ ਫਾਈਨੈਂਸ਼ੀਅਲ ਡਾਕੂਮੈਂਟਸ ਵਿੱਚ ਤੁਸੀਂ ਕਹਿ ਸਕਦੇ ਹੋ ਇਨਕਮ ਟੈਕਸ ਰਿਟਰਨਸ ਸਟੂਡੈਂਟਸ ਲਗਾ ਸਕਦੇ ਆ, ਬੈਂਕ ਸਟੇਟਮੈਂਟਸ ਲਗਾ ਸਕਦੇ ਆ, ਈਵਨ ਇਫ ਯੂ ਆਰ SDS ਐਂਡ ਜੇ ਤੁਸੀਂ ਨੋਨ SDS ਹੈਗੇ ਹੋ ਤਾਂ ਤੁਸੀਂ ਸਾਨੂੰ ਇੱਕ ਪ੍ਰੋਪਰ ਚੈੱਕਲਿਸਟ ਦਿੱਤੀ ਜਾਂਦੀ ਹੈ ਸਾਡੇ ਆਫਿਸ ਵੱਲੋਂ ਔਰ ਤੁਸੀਂ ਉਹ ਪੁੱਟ ਅਪ ਕਰਕੇ ਜ਼ਰੂਰ ਆਪਣੀ ਫਾਈਲ ਰੀਫਾਈਲਿੰਗ ਕਰੋ ਐਂਡ ਉਹ ਡਾਕੂਮੈਂਟਸ ਕਾਫੀ ਸਾਰੇ ਹੈਗੇ ਆ, ਲਿਸਟ ਲੰਬੀ ਹੈ। ਸੋ ਜੋ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਏਗੀ। ਜੀ ਬਿਲਕੁਲ ਜੀ। ਬਾਕੀ ਇਹੀ ਹੁੰਦਾ ਕਿ ਫੇਸ ਟੂ ਫੇਸ ਜਦੋਂ ਅਸੀਂ ਪਹੁੰਚਦੇ ਹੈਗੇ ਆ ਉਦੋਂ ਪ੍ਰੋਪਰ ਜਾਣਕਾਰੀ ਜਿਹੜੀ ਸਟੂਡੈਂਟਸ ਨੂੰ ਮਿਲ ਜਾਂਦੀ ਹੈ। ਸੋ ਜੀ ਪਹੁੰਚੋ ਆਫਿਸਿਸ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ, ਜੋ ਵੀ ਨੀਅਰ ਬਾਈ ਪੈਂਦਾ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਆਇਆ ਕਰੋ ਤਾਂ ਕਿ ਉਹਨਾਂ ਨੂੰ ਵੀ ਜਿਹੜੀ ਹੈਗੀ ਉਹ ਨੌਲੇਜ ਹੋ ਸਕੇ। ਕਈ ਵਾਰੀ ਕਿਸੇ ਨਵੇਂ ਕੰਸਲਟੈਂਟ ਦੇ ਹੱਥਾਂ 'ਚ ਅਸੀਂ ਫਸ ਜਾਂਦੇ ਹਾਂ ਫਿਰ ਪ੍ਰੋਬਲਮ ਜਿਹੜੀ ਸਾਨੂੰ ਫੇਸ ਕਰਨੀ ਪੈਂਦੀ ਹੈ। ਸੋ ਪੇਰੈਂਟਸ ਨੂੰ ਹਰ ਚੀਜ਼ ਦੀ ਜਾਣਕਾਰੀ ਜਿਹੜੀ ਉਹ ਪਹਿਲਾਂ ਹੀ ਹੋਵੇ। ਅੱਛਾ ਸਰ ਲਾਸਟ ਦੇ ਵਿੱਚ ਬਿਕਾਜ਼ ਮੈਂ ਜਸਪ੍ਰੀਤ ਜੀ ਦੇ ਨਾਲ ਗੱਲ ਕੀਤੀ ਸੀ PR ਨੂੰ ਲੈ ਕੇ ਸੋ ਮੈਂ ਚਾਹੁੰਦੀ ਹਾਂ ਕਿ ਲਾਸਟ ਦੇ ਵਿੱਚ ਕਿਉਂਕਿ ਕਈਆਂ ਨੇ ਸ਼ੋਅ ਮਿਸ ਵੀ ਕਰ ਦਿੱਤਾ ਹੋਏਗਾ ਸੋ ਥੋੜੀ ਜਿਹੀ ਡਿਟੇਲ ਦੇ ਵਿੱਚ ਜਾਣਕਾਰੀ ਤੁਸੀਂ ਵੀ ਸਾਡੇ ਸਟੂਡੈਂਟਸ ਨੂੰ ਦੇ ਦਿਓ। ਸੋ ਜੇ ਤੁਸੀਂ PR ਅਪਲਾਈ ਕਰਨਾ ਚਾਹੁੰਦੇ ਹੋ ਤਾਂ ਫਸਟ ਆਫ ਆਲ ਯੂ ਸ਼ੁੱਡ ਡੂ ਆਈਲੈਟਸ ਤੇ ਤੁਸੀਂ ਆਪਣੇ ਐਕੈਡੈਮਿਕ ਡਾਕੂਮੈਂਟਸ ਦੀ ECA ਕਰਾਉਣੀ ਹੁੰਦੀ ਹੈ ਜਿਹਨੂੰ ਕਹਿੰਦੇ ਕਿ ਐਜੂਕੇਸ਼ਨ ਦੇ ਅਸੈਸਮੈਂਟ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ ਬਿਨਾਂ ਤੁਹਾਡੀ ਫਾਈਲ ਨਹੀਂ ਲੱਗ ਸਕਦੀ ਐਂਡ ਜੇ ਤੁਸੀਂ PR ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਟ ਇਜ਼ ਡਿਟੇਲਡ ਇਨਫੋਰਮੇਸ਼ਨ ਤੁਸੀਂ ਸਾਨੂੰ ਆਪਣੇ ਈਮੇਲ ਤੇ ਆਪਣਾ ਰਿਜ਼ਿਊਮ ਪਲੱਸ ਆਪਣੇ ਐਜੂਕੇਸ਼ਨਲ ਡਾਕੂਮੈਂਟਸ ਪਲੱਸ ਆਈਲੈਟਸ ਦੇ ਡਾਕੂਮੈਂਟਸ ਭੇਜੋ ਔਰ ਫਿਰ ਅਸੈਸਮੈਂਟ ਕਰਕੇ ਸਾਡੀ ਜਿਹੜੀ ਟੀਮ ਹੈ PR ਹੈਂਡਲ ਕਰਦੀ ਹੈ ਉਹ ਟੀਮ ਸਾਡੀ ਤੁਹਾਨੂੰ ਪ੍ਰੋਪਰਲੀ ਗਾਈਡ ਕਰੇਗੀ ਕਿ ਤੁਸੀਂ PR ਲਈ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ ਹੋ। ਜੇ ਤੁਸੀਂ ਐਲੀਜੀਬਲ ਹੋਵੋਗੇ ਤਾਂ ਤੁਹਾਨੂੰ ਨੈਕਸਟ ਸਟੈਪਸ ਦੱਸੇ ਜਾਣਗੇ। ਔਰ ਇਸ ਤੋਂ ਇਲਾਵਾ ਲੈਂਡਮਾਰਕ ਇਮੀਗ੍ਰੇਸ਼ਨ ਆਈਲੈਟਸ ਟ੍ਰੇਨਿੰਗ ਕਰ ਰਿਹਾ ਆਪਣੇ ਮੋਹਾਲੀ ਆਫਿਸ 'ਚ ਤਾਂ ਤੁਸੀਂ ਸਾਡੇ ਮੋਹਾਲੀ ਆਫਿਸ ਵਿਜ਼ਿਟ ਕਰ ਸਕਦੇ ਹੋ। ਇੱਥੇ ਪ੍ਰੋਪਰ ਇਨਫਰਾਸਟ੍ਰਕਚਰ ਦੇ ਨਾਲ ਸਟੂਡੈਂਟਸ ਨੂੰ ਆਈਲੈਟਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੀ। ਸੋ ਬਿਲਕੁਲ ਜੀ ਆਈਲੈਟਸ ਟ੍ਰੇਨਿੰਗ PR ਕੈਨੇਡਾ ਜਾਣਾ US ਜਾਣਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ ਹਰ ਤਰ੍ਹਾਂ ਦਾ ਸਟੂਡੈਂਟ ਜਿਹੜਾ ਹੈਗਾ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸਿਸ ਦੇ ਵਿੱਚ ਪਹੁੰਚ ਸਕਦਾ ਹੈ। ਸੋ ਸਰ ਲਾਸਟ ਦੇ ਵਿੱਚ ਕਿ ਹੁਣ ਬੱਚੇ ਅਪਲਾਈ ਕਦੋਂ ਕਰਨ ਕਦੋਂ ਜਾ ਸਕਦੇ ਨੇ ਇਨਟੇਕ ਸਤੰਬਰ ਅਵੇਲੇਬਲ ਹੈ ਜਾਂ ਫਿਰ 2022 ਤੱਕ ਵੇਟ ਹੀ ਕਰਨਾ ਪਏਗਾ? ਸੋ ਸਤੰਬਰ ਇਨਟੇਕ ਹੁਣ ਮੈਂ ਸਟੂਡੈਂਟਸ ਨੂੰ ਐਡਵਾਈਸ ਨਹੀਂ ਕਰਾਂਗਾ ਅਪਲਾਈ ਕਰਨ ਲਈ। January 2022 is open but ਬਹੁਤ ਸਾਰੇ colleges most of the colleges are closed for January 2022 ਸੋ ਜੇ ਤੁਸੀਂ ਜਨਵਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਬੜੀਆਂ ਲਿਮਿਟਿਡ ਸੀਟਸ ਹੈਗੀਆਂ। ਸੋ ਜਲਦ ਤੋਂ ਜਲਦ ਰਾਬਤਾ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੇ ਤੁਸੀਂ ਜਨਵਰੀ 22 ਲਈ ਅਪਲਾਈ ਕਰਨਾ ਚਾਹੁੰਦੇ ਹੋ। ਔਰ ਫਿਰ ਮਈ 22 ਵੀ ਕਾਫੀ ਸਾਰੇ ਕਾਲਜਸ ਨੇ ਓਪਨ ਕਰਤਾ ਹੈ ਜਿਵੇਂ ਨਾਇਗਰਾ ਕਾਲਜ ਨੇ ਓਪਨ ਕਰਤਾ ਹੈ ਮਈ 2022, ਲੈਂਪਟਨ ਕਾਲਜ ਨੇ ਓਪਨ ਕਰਤਾ ਹੈ ਮਈ 2022, KPU ਨੇ ਓਪਨ ਕਰਤਾ ਹੈ, ਬਾਓ ਵੈਲੀ ਕਾਲਜ ਨੇ ਓਪਨ ਕਰਤਾ ਹੈ, ਸਸਕੈਚੁਅਨ ਪੋਲੀਟੈਕਨਿਕ ਨੇ ਕਰਤਾ ਹੈ। ਸੋ ਕਾਫੀ ਸਾਰੇ ਕਾਲਜਸ ਜਿਹੜੇ ਕਲੋਜ਼ ਹੋ ਚੁੱਕੇ ਹੈ ਜਨਵਰੀ ਵਾਸਤੇ ਉਹਨਾਂ ਨੇ ਮਈ 2022 ਓਪਨ ਕਰਤਾ। ਪਰ ਸਟੂਡੈਂਟਸ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਮਈ ਇਨਟੇਕ ਵਿੱਚ ਟੈਕਨੀਕਲ ਕੋਰਸਿਸ ਦੀ ਘਾਟ ਹੁੰਦੀ ਹੈ ਔਰ ਫਿਰ ਸਟੂਡੈਂਟ ਸਤੰਬਰ 2022 'ਚ ਜਾਣਗੇ। ਸੋ ਜਲਦ ਤੋਂ ਜਲਦ ਅਪਲਾਈ ਕਰੋ ਫॉर ਜਨਵਰੀ ਜੇ ਤੁਹਾਡਾ ਕੋਰਸ ਐਂਡ ਕਾਲਜ ਮਨਪਸੰਦ ਅਵੇਲੇਬਲ ਹੈਗਾ, ਨਹੀਂ ਤਾਂ ਤੁਸੀਂ ਮਈ ਔਰ ਸਤੰਬਰ 2022 'ਚ ਹੀ ਜਾ ਪਾਓਗੇ। ਬਿਲਕੁਲ ਜੀ। ਸੋ ਜਲਦ ਅਪਲਾਈ ਕਰੋ ਜੀ। ਜਦੋਂ ਸਟੂਡੈਂਟ ਵੇਟ ਕਰਦੇ ਨੇ ਕਿ ਅਸੀਂ ਐਂਡ ਤੇ ਜਾ ਕੇ ਅਪਲਾਈ ਕਰਾਂਗੇ ਫਿਰ ਰਿਫਿਊਜ਼ਲ ਆਉਂਦੀ ਹੈਗੀ ਕਿਉਂਕਿ ਆਲਰੇਡੀ ਸੀਟਸ ਫੁੱਲ ਹੋ ਚੁੱਕੀਆਂ ਹੁੰਦੀਆਂ ਨੇ। ਸੋ ਥੈਂਕ ਯੂ ਸੋ ਮਚ ਸਰ। ਧੰਨਵਾਦ। ਸੋ ਇਸੇ ਦੇ ਨਾਲ ਮੈਨੂੰ ਫਰੀਦ ਨੂੰ ਦਿਓ ਇਜਾਜ਼ਤ। ਬਾਕੀ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੰਬਰ ਤੁਹਾਡੇ ਕੋਲ ਆਈ ਗਏ ਨੇ। ਆਫਿਸ ਜਿਹੜੇ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ ਨੀਅਰ ਬਾਈ ਵੀ ਤੁਹਾਡੇ ਕੋਈ ਨਾ ਕੋਈ ਆਫਿਸ ਹੋਏਗਾ। ਮੋਹਾਲੀ ਦੇ ਵਿੱਚ ਹੈੱਡ ਆਫਿਸ ਹੈਗਾ, ਤੁਸੀਂ ਇੱਥੇ ਵੀ ਪਹੁੰਚ ਸਕਦੇ ਹੋ। ਜਸਮੀਤ ਸਰ ਨੂੰ ਮਿਲਣਾ ਚਾਹੁੰਦੇ ਹੋ ਅਪਾਇੰਟਮੈਂਟ ਬੁੱਕ ਜਿਹੜੀ ਹੈ ਤੁਸੀਂ ਕਰ ਸਕਦੇ ਹੋ। ਬਾਕੀ ਲੈਂਡਮਾਰਕ ਇਮੀਗ੍ਰੇਸ਼ਨ ਦੇ YouTube ਚੈਨਲ 'ਤੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਕਈ ਜੇਕਰ ਤੁਸੀਂ ਕੋਈ ਸ਼ੋਅ ਜਿਹੜਾ ਮਿਸ ਕਰ ਦਿੰਦੇ ਹੋ ਪ੍ਰੋਪਰ ਤੁਹਾਨੂੰ ਟਾਈਮ ਟੂ ਟਾਈਮ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਸਤਿ ਸ਼੍ਰੀ ਅਕਾਲ।